ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜਿਹ ਸਤਿਗੁਰ ਸਿਮਰੰਤ ਨੈਨ ਕੇ ਤਿਮਰ ਮਿਟੈ ਖੈਨ ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ ਰਿੱਧ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨ ਬਚਿਤ੍ਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਧ ਮਧੁਰ ਪਿਆਏ ਹੈ ਸੁਭਤ ਸਜਾਸਨ ਬੈਲਾਸਨ ਦਯੰਕ ਮਾਲ ਪ੍ਰੇਮ ਰਸ ਬਿਸਮ ਹੋਏ ਸਹਜ ਸਮਾਏ ਹੈ ਚਾਤ੍ਰਕ ਸ਼ਬਦ ਸੁਨ ਅੱਖੀਆਂ ਉਘਰ ਗਈ ਭਈ ਜਲ ਮੀਨ ਗਤ ਬਿਰਹਾ ਜਗਾਏ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ
ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਬੰਦੀ ਨੂਰ ਅਰਸਹ ਕੁਰਸਹ ਝਟੀਐ। ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੋ ਨ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਜਹ ਜਹ ਪੇਖੋ ਤਹ ਹਜੂਰ ਦੂਰ ਕਤੋ ਨ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੁੜਾ ਸੋ ਸੰਗੀ ਗਨੀਆ। ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਆ। ਰਹਾਉ ਪ੍ਰਤਪਾਲੈ ਅਪਿਆਉ ਦੇ ਕਛ ਊਨ ਨ ਹੋਈ। ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ। ਅਸ਼ਲ ਆਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ। ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ ਅਰੇਨ ਪਗ ਸਾਧਾ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ ਅਰੇਨ ਪਗ ਸਾਧਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਵੈਰਾਗ ਤਿਆਗ ਤੇ ਅਨੁਰਾਗ ਦੇ ਦਾਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ
ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਧੁਰ ਕੀ ਬਾਣੀ, ਅਕਾਲੀ ਬਾਣੀ, ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸੋਢੀ ਸੁਲਤਾਨ ਪਾਤਸ਼ਾਹ ਅਤੀ ਵਿਨਮਰਤਾ ਦੇ ਮਹਾਨ ਪੁੰਜ, ਪ੍ਰੇਮ ਦੀ ਮਹਾਨ ਮੂਰਤ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਸੋਢੀਆਂ ਦੀ ਕੁੱਲ ਦੇ ਭੂਸ਼ਣ ਅੱਜ ਦੇ ਦਿਨ ਚੂਨਾ ਮੰਡੀ ਲਾਹੌਰ ਵਿਖੇ ਸਤਿਕਾਰਯੋਗ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਬਚਪਨ 'ਚ ਮਾਤਾ ਔਰ ਪਿਤਾ ਅਕਾਲ ਚਲਾਣਾ ਕਰ ਗਏ। ਸਤਿਗੁਰਾਂ ਦੀ ਪਰਵਰਿਸ਼ ਬਾਸਰ ਕੇ ਨਗਰ ਵਿੱਚ ਤਿਨਾਂ ਦੇ ਨਾਨੀ ਜੀ ਨੇ ਕੀਤੀ। ਬਾਸਰ ਕੇ ਨਗਰ ਵਿੱਚ ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਪ੍ਰਕਾਸ਼ ਹੋਇਆ, ਮੇਲ ਹੋਇਆ, ਮਿਲਾਪ ਹੋਇਆ। ਘੁੰਗਣੀਆਂ ਵੇਚਦਿਆਂ, ਗਲੀਆਂ ਬਾਜ਼ਾਰਾਂ ਵਿੱਚ ਵਿਚਰਦਿਆਂ ਸਾਹਿਬ ਜੀ ਨੇ ਬਚਪਨ ਬਤੀਤ ਕੀਤਾ। ਜਿਸ ਵਕਤ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੀ ਸ਼ਰਨ ਆਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪੁੱਤਰੀ ਮਾਤਾ ਭਾਨੀ ਜੀ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਵਿਵਾਹ ਹੋਇਆ। ਪਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ 'ਚ ਰਹਿ ਕੇ ਆਪਣਾ ਜੀਵਨ ਨਿਰਬਾਹ ਸਤਿਗੁਰਾਂ ਨੇ ਕੀਤਾ। 22 ਸਾਲ ਨਿਰੰਤਰ ਲਗਾਤਾਰ ਦਿਨ ਤੇ ਰਾਤ ਇੱਕ ਕਰਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕੀਤੀ। ਕਦੇ ਸੰਸਾਰੀ ਤੇ ਦੁਨਿਆਵੀ ਰਿਸ਼ਤੇ ਦਾ ਮਾਣ ਆਪਣੇ ਹਿਰਦੇ 'ਚ ਸਤਿਗੁਰਾਂ ਨੇ ਉਤਪੰਨ ਨਹੀਂ ਹੋਣ ਦਿੱਤਾ। ਮਾਂ ਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਇੱਕ ਤ੍ਰੇਤੇ ਯੁੱਗ ਦੇ ਅਵਤਾਰ ਹਨ ਸ਼੍ਰੀ ਰਾਮ ਚੰਦਰ। ਉਹਨਾਂ ਨੇ ਆਪਣੇ ਆਪ ਨੂੰ ਰਾਜਾ ਰਾਮ ਕਹਾਇਆ ਹੈ, ਪਰ ਕਲੀ ਕਾਲ ਦੇ ਵਿੱਚ ਨਿਰੰਕਾਰ ਦਾ ਅਵਤਾਰ ਬਣ ਕੇ ਸਤਿਗੁਰੂ ਜੀ ਸੰਸਾਰ ਵਿੱਚ ਆਏ। ਇਤਨੀ ਨਿਮਰਤਾ ਮੇਰੇ ਸਤਿਗੁਰਾਂ ਦੇ ਅੰਦਰ ਕਿ ਤਿਨਾਂ ਨੇ ਆਪਣੇ ਆਪ ਨੂੰ ਰਾਮ ਦਾ ਦਾਸ ਕਹਾਇਆ ਹੈ। ਵੈਣ ਖੁਦ ਅਕਾਲ ਪੁਰਖ ਪਰਮੇਸ਼ਵਰ ਰਮੇ ਹੋਏ ਰਾਮ ਦਾ ਰੂਪ ਨੇ, ਪਰ ਦਾਸ ਸਦਾਇਆ ਹੈ ਆਪਣੇ ਆਪ ਨੂੰ। ਐਸਾ ਦਾਸਾ ਭਾਵ ਧਾਰਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕੀਤੀ। ਐਸੀ ਸੇਵਾ ਜਿਸ ਸੇਵਾ ਨਾਲ ਸਤਿਗੁਰਾਂ ਦਾ ਮਨ ਮੰਨਦਾ ਹੈ, ਜਿਸ ਸੇਵਾ ਦੇ ਨਾਲ ਸਤਿਗੁਰੂ ਜੀ ਰੀਝਦੇ ਨੇ। ਸੇਵਾ ਤਾਂ ਆਪਾਂ ਵੀ ਕਰਦੇ ਹਾਂ, ਪਰ ਸੇਵਾ ਸਫਲੀ ਉਹ ਹੈ ਜਿਹੜੀ ਸੇਵਾ ਸਤਿਗੁਰੂ ਜੀ ਨੂੰ ਭਾ ਜਾਵੇ, ਜਿਹੜੀ ਸੇਵਾ ਸਤਿਗੁਰਾਂ ਦੇ ਮਨ ਨੂੰ ਮੰਨ ਜਾਵੇ, ਭਲੀ ਲੱਗ ਜਾਵੇ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਐਸੀ ਸੇਵਾ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਸਾਹਿਬ ਦਾ ਰੂਪ ਹੋ ਗਏ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ ਸਾਰੇ ਜਗਤ ਵਿੱਚ ਪ੍ਰਗਟ ਹੈ। ਕੁਝ ਕੁ ਬ੍ਰਾਹਮਣਾਂ ਨੂੰ ਸਤਿਗੁਰਾਂ ਦੀ ਮਹਿਮਾ ਚੰਗੀ ਨਹੀਂ ਲੱਗਦੀ। ਹਿੰਦੁਸਤਾਨ ਦਾ ਬਾਦਸ਼ਾਹ ਉਸ ਵੇਲੇ ਬਾਦਸ਼ਾਹ ਅਕਬਰ ਸੀ। ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਉਹਨਾਂ ਬ੍ਰਾਹਮਣਾਂ ਨੇ ਗੁਰੂ ਸਾਹਿਬ ਜੀ ਦੇ ਖਿਲਾਫ ਸ਼ਿਕਾਇਤ ਕੀਤੀ। ਅਕਬਰ ਗੁਰੂ ਘਰ ਬਾਰੇ ਜਾਣਦਾ ਸੀ। ਉਹਨੇ ਇੱਕ ਪਾਸੇ ਦੀ ਗੱਲ ਸੁਣ ਲਈ ਸੀ, ਗੁਰੂ ਘਰ ਦਾ ਪੱਖ ਜਾਣਨ ਲਈ ਸੁਨੇਹਾ ਭੇਜਿਆ ਕਿ ਸਤਿਗੁਰੂ ਜੀ ਆਉਣ। ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨਹੀਂ ਗਏ। ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੂੰ ਕਿਹਾ ਤੁਸੀਂ ਜਾਓ। ਸਤਿਗੁਰਾਂ ਦੇ ਦੋਨੋਂ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਪਰ ਜਗਤ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਜਾਓ, ਬ੍ਰਾਹਮਣਾਂ ਨੂੰ ਜਾ ਕੇ ਜਵਾਬ ਦਿਓ। ਕਹਿਣ ਲੱਗੇ ਸਤਿਗੁਰੂ ਜੀ ਸਤ ਬਚਨ। ਨਮਸਕਾਰ ਕਰਕੇ ਜਾਣ ਲੱਗੇ ਤੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਪੜ੍ਹਿਆ ਲਿਖਿਆ ਨਹੀਂ ਹਾਂ। ਉੱਥੇ ਜਿਹੜੇ ਬ੍ਰਾਹਮਣ ਆਏ ਹੋਣਗੇ ਉਹ ਤਾਂ ਬੜੇ ਬੜੇ ਵਿਦਵਾਨ ਹੋਣਗੇ, ਪੜ੍ਹੇ ਲਿਖੇ ਹੋਣਗੇ। ਉਹਨਾਂ ਵਿਦਵਾਨਾਂ ਦੇ ਨਾਲ ਮਹਾਰਾਜ ਜੀ ਮੈਂ ਕਿਸ ਤਰ੍ਹਾਂ ਚਰਚਾ ਕਰਾਂਗਾ। ਤਾਂ ਉਸ ਵਕਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ, ਆਖਿਆ ਪੁਰਖਾ ਜਦੋਂ ਆਪਣੇ ਖੱਬੇ ਪਾਸੇ ਵੇਖੋਗੇ ਤਾਂ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤੀਆਂ ਹੋਣਗੀਆਂ। ਜਦੋਂ ਸੱਜੇ ਪਾਸੇ ਵੇਖੋਗੇ ਤੇ ਦੁਨੀਆ ਦੇ ਸਾਰੇ ਸ਼ਾਸਤਰ ਧਰਮ ਗ੍ਰੰਥਾਂ ਦੀ ਵਿਦਿਆ ਤੁਹਾਡੇ ਸਨਮੁਖ ਹੱਥ ਜੋੜ ਕੇ ਖੜੀ ਹੋਵੇਗੀ। ਜੋ ਸਵਾਲ ਕਰਨਗੇ ਉਹਦਾ ਜਵਾਬ ਤੁਸੀਂ ਦੇ ਦੇਣਾ। ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਵਾਂਗ ਜੋ ਤੀਨ ਲੋਕ ਅੰਤਰ ਮੋਹੈ ਵਾਲੀਆਂ ਬਰਕਤਾਂ ਬਖਸ਼ ਦਿੱਤੀਆਂ। ਬਾਦਸ਼ਾਹ ਅਕਬਰ ਦੀ ਕਚਹਿਰੀ 'ਚ ਲਾਹੌਰ ਪਹੁੰਚੇ। ਬ੍ਰਾਹਮਣਾਂ ਦੇ ਕਿੰਤੂ ਕੀਤਾ ਕਿ ਗੁਰੂ ਸਾਹਿਬ ਜੀ ਨੇ ਆਪਣਾ ਤੀਰਥ ਬਣਾ ਲਿਆ ਹੈ। ਆਪਣੇ ਸਿੱਖਾਂ ਨੂੰ ਸੰਗਤ ਨੂੰ ਦੂਜੇ ਤੀਰਥਾਂ ਤੇ ਜਾਣ ਤੋਂ ਵਰਜਦੇ ਹਨ। ਫਿਰ ਉਹਨਾਂ ਨੇ ਸਾਰਿਆਂ ਨੂੰ ਇੱਕ ਬਰਾਬਰ ਬਿਠਾ ਕੇ ਪੰਗਤ 'ਚ ਭੋਜਨ ਛਕਾਉਣਾ ਸ਼ੁਰੂ ਕਰ ਦਿੱਤਾ, ਭਾਵੇਂ ਕੋਈ ਬ੍ਰਾਹਮਣ ਤੇ ਭਾਵੇਂ ਸ਼ੂਦਰ ਹੈ। ਇਹਨਾਂ ਦੇ ਜਿੰਨੇ ਸਵਾਲ ਸਨ ਉਹਨਾਂ ਸਵਾਲਾਂ ਦਾ ਜਵਾਬ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਦਿੱਤਾ, ਪਰ ਬ੍ਰਾਹਮਣਾਂ ਨੂੰ ਕੋਈ ਜਵਾਬ ਨਹੀਂ ਔੜਿਆ। ਅਕਬਰ ਨੇ ਗੁਰੂ ਘਰ ਦੀ ਮਹਿਮਾ ਜਾਣ ਕੇ ਹੱਥ ਜੋੜੇ ਤੇ ਆਖਿਆ, ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਮੇਰੇ ਵੱਲੋਂ ਬੇਨਤੀ ਕਰਿਓ ਕਿ ਮੇਰੇ ਕੋਲੋਂ ਭੁੱਲ ਹੋਈ ਹੈ, ਉਹ ਮੈਨੂੰ ਖਿਮਾ ਕਰ ਦੇਣ। ਔਰ ਮੇਰੇ ਲਾਇਕ ਕੋਈ ਸੇਵਾ ਹੋਵੇ ਤੇ ਸਤਿਗੁਰੂ ਜੀ ਨੂੰ ਕਹਿਣਾ ਕਿ ਜ਼ਰੂਰ ਦੱਸਣ। ਧੰਨ ਗੁਰੂ ਰਾਮਦਾਸ ਸਾਹਿਬ ਜੀ ਸਭਾ ਜਿੱਤ ਕੇ ਬ੍ਰਾਹਮਣਾਂ ਦੀ ਹਾਰ ਹੋਈ। ਲਾਹੌਰ ਦੇ ਬਾਜ਼ਾਰ ਵਿੱਚ ਆਏ ਨੇ। ਕੀ ਵੇਖਦੇ ਨੇ ਕਿ ਅੱਗੇ ਬਾਜ਼ਾਰ ਦੇ ਵਿੱਚ ਇੱਕ ਬਜਾਜ ਦੀ ਦੁਕਾਨ ਤੇ ਕੱਪੜੇ ਦੀ ਦੁਕਾਨ ਤੇ ਬੜਾ ਸੋਹਣਾ ਕੱਪੜਾ ਵਿਕ ਰਿਹਾ। ਵੇਖ ਕੇ ਮਨ 'ਚ ਸੰਕਲਪ ਹੋਇਆ ਕਿ ਕੱਪੜਾ ਖਰੀਦ ਲਵਾਂ, ਇਹਦਾ ਚੋਲਾ ਬਣਾ ਕੇ ਸਤਿਗੁਰੂ ਜੀ ਨੂੰ ਪਹਿਨਾਵਾਂ। ਬਜਾਜ ਨੂੰ ਕੱਪੜੇ ਵਾਲੇ ਨੂੰ ਪੁੱਛਿਆ, ਸੱਜਣਾ ਇਹ ਕੱਪੜੇ ਦਾ ਕੀ ਮੁੱਲ ਹੈ? ਕੱਪੜਾ ਕੀਮਤੀ ਸੀ। ਜੇਬ 'ਚ ਹੱਥ ਮਾਰੇ, ਵੇਖਿਆ ਉਹਨੇ ਪੈਸੇ ਨਹੀਂ ਹਨ ਕਿ ਕੱਪੜੇ ਦਾ ਮੁੱਲ ਦੇ ਸਕਦੇ। ਪਰ ਮਨ 'ਚ ਸੰਕਲਪ ਕੀਤਾ ਸੀ ਕਿ ਇਸ ਕੱਪੜੇ ਦਾ ਚੋਲਾ ਸਤਿਗੁਰਾਂ ਨੂੰ ਪਹਿਨਾਉਣਾ। ਭਾਵਨਾ ਪ੍ਰਗਟ ਕੀਤੀ। ਆਪਣੇ ਨੇਤਰਾਂ ਦੇ ਧਿਆਨ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰਿਆ। ਧਿਆਨ ਦੀ ਪ੍ਰਕਿਰਿਆ ਵਿੱਚ ਹੀ ਉਹ ਕੱਪੜਾ ਬਜਾਜ ਕੋਲੋਂ ਖਰੀਦਿਆ। ਖਰੀਦ ਕੇ ਧਿਆਨ ਦੇ ਵਿੱਚ ਹੀ ਉਹ ਕੱਪੜਾ ਦਰਜੀ ਕੋਲੋਂ ਦਾ ਚੋਲਾ ਸਵਾਇਆ। ਗੁਰੂ ਅਮਰਦਾਸ ਸਾਹਿਬ ਦਾ ਧਿਆਨ ਹਿਰਦੇ 'ਚ ਧਾਰਨ ਕਰਕੇ ਉਹ ਚੋਲਾ ਸਤਿਗੁਰਾਂ ਨੂੰ ਆਪ ਆਪਣੇ ਹੱਥੀਂ ਪਹਿਨਾ ਰਹੇ ਨੇ। ਧਿਆਨ ਦੇ ਵਿੱਚ ਹੀ
ਸੂਖਮ ਰੂਪ ਵਿੱਚ ਹੀ ਹੈਰਾਨੀ ਹੈ, ਵਿਸਮਾਦ ਹੈ ਕਿ ਲਾਹੌਰ ਵਿੱਚ ਬੈਠੇ ਚੋਲਾ ਪਵਾ ਰਹੇ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ, ਔਰ ਗੋਇੰਦਵਾਲ ਸਾਹਿਬ 'ਚ ਬੈਠੇ ਬਾਹਾਂ ਉਤਾਂਹ ਨੂੰ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਚੋਲਾ ਪਹਿਨ ਰਹੇ ਨੇ। ਧਿਆਨ ਦੀ ਸਾਧਨਾ ਵਿੱਚ ਇਤਨੀ ਇਕਮਿਕਤਾ ਹੋ ਗਈ, ਇਹਨੂੰ ਮਾਨਸਿਕ ਪੂਜਾ ਕਹਿੰਦੇ ਹਨ। ਅੱਜ ਗੁਰਸਿੱਖਾਂ ਵਿੱਚ ਇਹ ਮਾਨਸਿਕ ਪੂਜਾ ਅਲੋਪ ਹੋ ਰਹੀ ਹੈ। ਮਾਨਸਿਕ ਤੌਰ ਤੇ ਮਨ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਮਨ ਕਰਕੇ ਸਤਿਗੁਰਾਂ ਨੂੰ ਬਸਤਰ ਪਹਿਨਾਉਣੇ, ਮਹਾਰਾਜ ਜੀ ਨੂੰ ਰੁਮਾਲ ਭੇਟ ਕਰਨੇ, ਸਤਿਗੁਰਾਂ ਦੇ ਦਰਸ਼ਨ ਕਰਨੇ, ਇਹ ਮਾਨਸਿਕ ਪੂਜਾ ਹੈ। ਇੱਛਾ ਹੋਈ ਕਿ ਦਰਬਾਰ ਸਾਹਿਬ ਦਰਸ਼ਨ ਕਰਨੇ ਨੇ, ਜਾਣਾ ਚਾਹੀਦਾ ਹੈ, ਨਹੀਂ ਜਾ ਸਕੇ, ਨੇਤਰ ਮੁੰਦ ਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦਾ ਧਿਆਨ ਧਾਰਿਆ। ਇੱਦਾਂ ਮਹਿਸੂਸ ਕਰਨਾ ਕਿ ਹੁਣ ਸਤਿਗੁਰਾਂ ਦੇ ਦਰਬਾਰ ਦੀ ਪਰਿਕਰਮਾ ਵਿੱਚ ਪਹੁੰਚੇ ਹਾਂ। ਪਰਿਕਰਮਾ ਕਰਦਿਆਂ ਸਰੋਵਰ 'ਚ ਇਸ਼ਨਾਨ ਕੀਤੇ ਹਨ। ਇਸ਼ਨਾਨ ਕਰਕੇ ਧਿਆਨ ਦੁਆਰਾ ਹੀ ਪੁਲ ਰਾਹੀਂ, ਡਿਉੜੀ ਰਾਹੀਂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਅੰਦਰ ਜਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕੀਤੇ। ਇਹਨੂੰ ਮਾਨਸਿਕ ਪੂਜਾ ਕਹਿੰਦੇ ਹਨ। ਇਹ ਪੂਜਾ ਦੇ ਨਾਲ ਹਿਰਦਾ ਸ਼ੁੱਧ ਹੁੰਦਾ ਹੈ, ਮਨ ਸ਼ੁੱਧ ਹੁੰਦਾ ਹੈ। ਮਨ ਦੀ ਜਿਹੜੀ ਵਿਖੇਪਤਾਈ ਹੈ, ਚੰਚਲਤਾਈ ਹੈ, ਉਹ ਖਤਮ ਹੁੰਦੀ, ਮਨ ਦੀ ਇਕਾਗਰਤਾ ਬਣਦੀ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਇਕਮਿਕ ਹੋ ਕੇ ਸਤਿਗੁਰੂ ਜੀ ਵਿੱਚ ਮਹਾਰਾਜ ਜੀ ਨੂੰ ਬਸਤਰ ਪਹਿਨਾਏ ਨੇ। ਫਿਰ ਥੋੜਾ ਜਿਹਾ ਅੱਗੇ ਗਏ, ਕੀ ਵੇਖਦੇ ਨੇ ਕਿ ਇੱਕ ਕੁਰਤਾ ਅੰਬ ਵੇਖ ਰਿਹਾ ਹੈ ਬੇਮੌਸਮਾ। ਵੇਖਿਆ ਇਹ ਤਾਂ ਬੜਾ ਨਾਯਾਬ ਫਲ ਹੈ ਇਸ ਵਕਤ। ਜਾ ਕੇ ਉਹ ਅੰਬ ਖਰੀਦਿਆ, ਖਰੀਦ ਕੇ ਗੋਇੰਦਵਾਲ ਸਾਹਿਬ ਨੂੰ ਚੱਲ ਪਏ, ਸਤਿਗੁਰਾਂ ਨੂੰ ਛਕਾਵਾਂਗਾ। ਰਸਤੇ ਵਿੱਚ ਆਉਂਦਿਆਂ ਹੱਥਾਂ ਦੀ ਗਰਮੀ ਕਰਕੇ ਉਹ ਫਲ ਫਟਣ ਵਾਲਾ ਹੋ ਗਿਆ। ਗਰਮੀ ਹੱਥਾਂ ਦੀ ਸੀ, ਫਿਰ ਉਹ ਨਾਲੇ ਬੇਮੌਸਮਾ ਫਲ ਹੈ। ਸੋਚਿਆ ਕਿ ਗੋਇੰਦਵਾਲ ਸਾਹਿਬ ਤੱਕ ਨਹੀਂ ਪਹੁੰਚਣਾ, ਰਸਤੇ 'ਚ ਚੋ ਜਾਏਗਾ। ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰਿਆ, ਮਹਾਰਾਜ ਇਹ ਫਲ ਤੁਸੀਂ ਛਕਣਾ, ਪਾਣ ਮੈਂ ਆਪਣੇ ਮੁਖ ਵਿੱਚ ਲੱਗਾ ਹਾਂ। ਗੁਰੂ ਸਾਹਿਬ ਦੇ ਸਰੂਪ ਵਿੱਚ ਐਸੇ ਇਕਮਿਕ ਹੋਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੁਣ ਤੁਹਾਡੇ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ। ਜਿਸ ਵਕਤ ਉਹ ਅੰਬ ਦਾ ਫਲ ਗੁਰੂ ਰਾਮਦਾਸ ਸਾਹਿਬ ਛਕ ਰਹੇ ਨੇ, ਛਕ ਗੁਰੂ ਰਾਮਦਾਸ ਸਾਹਿਬ ਰਹੇ ਨੇ, ਪਰ ਉਸ ਦਾ ਰਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਬੈਠੇ ਮਾਣ ਰਹੇ ਨੇ। ਗੁਠਲੀ ਵੀ ਮਹਾਰਾਜ ਜੀ ਦੇ ਪਾਸ ਹੈ। ਭਾਈ ਬੱਲੂ ਨੂੰ ਆਖਿਆ ਲੈ ਗੁਠਲੀ ਸਾਂਭ ਦੇ, ਗੁਠਲੀ ਰੱਖ ਲਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਪਹੁੰਚੇ ਨੇ ਗੁਰਦਰਬਾਰ ਵਿੱਚ, ਨਮਸਕਾਰ ਕੀਤੀ। ਮਹਾਰਾਜ ਜੀ ਨੇ ਆਖਿਆ, ਪੁਰਖਾ ਤੈਂ ਜਿਹੜਾ ਚੋਲਾ ਸਾਨੂੰ ਲਿਆ ਕੇ ਪਹਿਨਾਇਆ ਬੜਾ ਹੀ ਸੁੰਦਰ ਸੀ। ਲਿਆ ਬੱਲੂ, ਉਹ ਗੁਠਲੀ ਵੀ ਲਿਆ, ਅਸੀਂ ਅੰਬ ਵੀ ਛਕਿਆ, ਬੜਾ ਹੀ ਰਸਦਾਇਕ ਸੀ। ਆ ਵੇਖ, ਉਹਦਾ ਪ੍ਰਤੱਖ ਪ੍ਰਮਾਣ ਵੀ ਹੈ। ਇਹੋ ਜੀ ਸਾਧਨਾ ਕਰਦਿਆਂ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਵਿੱਚ ਹੀ ਇਕਮਿਕ ਹੋ ਗਏ। ਸਮਾਂ ਆ ਗਿਆ, ਧੰਨ ਗੁਰੂ ਅਮਰਦਾਸ ਸਾਹਿਬ ਨੇ ਸੱਚਖੰਡ ਜਾਣ ਦੇ ਤਿਆਰੇ ਕੀਤੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦੇਣ ਲੱਗੇ ਨੇ। ਸਾਰੀ ਸੰਗਤ ਸੱਦ ਲਈ, ਸਾਰੇ ਗੁਰਸਿੱਖਾਂ ਨੂੰ ਸੱਦ ਲਿਆ। ਰਾਮਕਲੀ ਰਾਗ ਦੇ ਸੱਦਾਂ ਵਿੱਚ ਬਾਬਾ ਸੁੰਦਰ ਜੀਰੇ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਹੁਕਮ ਕੀਤਾ, ਮੋਹਣ ਜੀ ਮੱਥਾ ਟੇਕੋ। ਅੱਜ ਤੋਂ ਬਾਅਦ ਤੁਹਾਡੇ ਸਾਰੇ ਜਗਤ ਦੇ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਹਨ। ਪਰ ਬਾਬਾ ਮੋਹਣ ਜੀ ਨੇ ਇਨਕਾਰ ਕਰ ਦਿੱਤਾ। ਬਾਬੇ ਮੋਹਰੀ ਨੂੰ ਆਖਿਆ, ਨਾਂ ਦੀ ਲਾਜ ਰੱਖੇਗਾ, ਨਾ ਮੋਹਰੀ ਆ, ਮੋਹਰੀ ਬਣੇਗਾ ਸੰਗਤ ਦਾ। ਬਾਬਾ ਮੋਹਰੀ ਜੀ ਨੇ ਬਚਨ ਮੰਨਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਸਾਰੀ ਸੰਗਤ ਨੇ ਮੱਥਾ ਟੇਕਿਆ। ਹੁਕਮ ਹੋਇਆ ਕਿ ਤੁਸੀਂ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਹੋਵੋ, ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਓ।
ਸਤਿਗੁਰਾਂ ਦੀ ਆਗਿਆ ਲੈ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਤੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਕੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ। ਬਾਣੀ ਉਚਾਰਨ ਕੀਤੀ। 30 ਰਾਗਾਂ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹੈ। 31ਵਾਂ ਰਾਗ 9ਵੇਂ ਪਾਤਸ਼ਾਹ ਨੇ ਉਚਾਰਿਆ ਜੈ ਜੈਵੰਤੀ। 30 ਰਾਗਾਂ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਤਨਾ ਪ੍ਰੇਮ, ਇਤਨਾ ਵੈਰਾਗ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਹੈ। ਆਸਾ ਜੀ ਦੀ ਵਾਰ ਦਾ ਕੀਰਤਨ ਜਦੋਂ ਆਪ ਜੀ ਸਰਵਣ ਕਰਦੇ ਹੋ, ਸ਼ਲੋਕ ਪੜ੍ਹਨ ਤੋਂ ਪਹਿਲਾਂ ਰਾਗੀ ਸਿੰਘ ਛੰਤ ਪੜ੍ਹਦੇ ਹਨ। ਉਹ ਛੰਤ ਜਿਨ੍ਹਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਹਿਰਦਾ ਹੈ, ਸਤਿਗੁਰਾਂ ਦੀ ਆਤਮਾ ਹੈ। ਉਹ ਪਾਵਨ ਅੰਮ੍ਰਿਤ ਛੰਤ ਜਿਨ੍ਹਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਭਾਵ ਪ੍ਰਗਟ ਹੁੰਦੇ ਹੈ। ਜਦੋਂ ਮਹਾਰਾਜ ਜੀ ਕਹਿੰਦੇ ਨੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਪਿਆਰ ਵਿੱਚ ਆ ਕੇ ਉਚਾਰਦੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਗੁਰੂ ਰਾਮਦਾਸ ਸਾਹਿਬ ਦੇ ਅੰਮ੍ਰਿਤ ਬਚਨ ਜੋ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ। ਭੱਟਾਂ ਨੇ ਜਦੋਂ ਸਤਿਗੁਰਾਂ ਦੀ ਸਿਫਤ ਕੀਤੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਾਹਿਬ ਦੀ, ਤਾਂ ਇਹੋ ਜਿਹੇ ਰੀਝ ਕੇ ਸਿਫਤ ਕੀਤੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਸਿਫਤ ਵਿੱਚ ਸਭ ਤੋਂ ਵੱਧ ਸਵਈਏ ਉਚਾਰਨ ਕੀਤੇ। ਔਰ ਆਖਿਆ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਹੁਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਵਡਿਆਈ ਪ੍ਰਾਪਤ ਹੋਈ ਹੈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਐਸੇ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਇਕੱਤਰ ਹੋ ਕੇ ਮਨਾ ਰਹੇ ਹਾਂ। ਗੁਰਦੇਵ ਦੇ ਚਰਨਾਂ ਵਿੱਚ ਰਜੋਈ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਅਨੁਸਾਰ ਸਾਨੂੰ ਜੀਵਨ ਦੀ ਜਾਂਚ ਪ੍ਰਦਾਨ ਕਰਨ। ਸਮੂਹ ਗੁਰੂ ਕੀਆਂ ਸੰਗਤਾਂ ਨੂੰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।